ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰੂ ਨਾਨਕ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅਮਾਵਸ ਦੇ ਦਿਹਾੜੇ ਤੇ ਹਾਜ਼ਰੀ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਵਡਭਾਗੇ ਹੋ ਜੋ ਕਿ ਆਪ ਜੀ ਨੂੰ ਸਾਹਿਬਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰਬਾਣੀ ਦਾ ਫਰਮਾਨ ਹੈ, ਵਡਭਾਗੀ ਹਰ ਸੰਗਤ ਪਾਵਹਿ, ਭਾਗਹੀਣ ਬ੍ਰਹਮ ਚੋਟਾਂ ਖਾਵਹਿ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜਾ ਜੀਓ। ਵੱਡਿਆਂ ਭਾਗਾਂ ਦਾ ਸਦਕਾ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਇਆ ਕਰਦੀਆਂ ਹਨ। ਸੋ ਆਓ ਦਾਸ ਨੂੰ ਕੁਝ ਕੁ ਸਮਾਂ ਪ੍ਰਾਪਤ ਹੋਇਆ ਹੈ। ਜਿਤਨਿਕ ਪਰਮੇਸ਼ਰ ਨੇ ਸਮਤ ਬਖਸ਼ੀਸ਼ ਦੇ ਅਨੁਸਾਰ ਆਪ ਜੀ ਦੇ ਸਮਰਥ ਕੁਸ਼ ਗੁਰਮਤਿ ਦੀ ਵਿਚਾਰ ਨੂੰ, ਸਿੱਖ ਇਤਿਹਾਸ ਨੂੰ ਰੱਖ ਸਕਾਂ। ਆਓ ਆਪਣੀ ਅਤੇ ਦਾਸ ਦੀ ਹਾਜ਼ਰੀ ਨੂੰ ਸਾਹਿਬਾਂ ਦੇ ਪਾਵਨ ਦਰਬਾਰ ਅੰਦਰ ਲਗਵਾਉਂਦੇ ਹੋਏ ਫਤਿਹ ਦੀ ਸਾਂਝ ਨੂੰ ਬਣਾਓ। ਦੇਹੋ ਅਸੀਸ ਤੇ ਗੱਜ ਕੇ ਕਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਸੰਸਾਰ ਦਾ ਭ੍ਰਮਣ ਕਰਕੇ ਇਸ ਸੰਸਾਰ ਦੇ ਵਿੱਚ ਵਿਚਰ ਕੇ ਜਿੱਥੇ ਜਿੱਥੇ ਵੀ ਲੋਕ ਭਰਮਾਂ ਦੇ ਵਿੱਚ, ਵਹਿਮਾਂ ਦੇ ਵਿੱਚ ਫਸੇ ਹੋਏ ਸਨ, ਲੋਕਾਂ ਨੂੰ ਜਾ ਕੇ ਉਸ ਪਰਮੇਸ਼ਰ ਦੇ ਨਾਲ ਜੋੜਿਆ ਹੈ ਤੇ ਵਹਿਮਾਂ ਭਰਮਾਂ ਤੋਂ ਕੱਢਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਇਸ ਪੰਜ ਭੂਤਕ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਬਹੁਤ ਲੰਮੀ ਯਾਤਰਾ ਕੀਤੀ ਹੈ। ਉਹਨਾਂ ਸਮਿਆਂ ਦੇ ਵਿੱਚ ਪ੍ਰਚਾਰ ਦੇ ਸਾਧਨ ਇੰਨੇ ਨਹੀਂ ਸਨ ਜਿੰਨੇ ਕਿ ਅੱਜ ਸੁਖਾਲਾ ਹੈ ਪ੍ਰਚਾਰ ਕਰਨਾ। ਅੱਜ ਮੀਡੀਆ ਦਾ ਯੁੱਗ ਹੈ। ਇੱਕ ਅਸਥਾਨ ਤੇ ਬੈਠ ਕੇ ਅਸੀਂ ਆਪਣੀ ਗੱਲ ਨੂੰ ਪ੍ਰਦੇਸ਼ਾਂ ਤੱਕ ਪਹੁੰਚਾ ਸਕਦੇ ਸਾਂ, ਪਰ ਜਿਨ੍ਹਾਂ ਸਮਿਆਂ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਚਾਰ ਕੀਤਾ ਹੈ, ਉਹਨਾਂ ਸਮਿਆਂ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਖੁਦ ਚੱਲ ਕੇ ਪ੍ਰਚਾਰ ਕਰਨ ਜਾਣਾ ਪੈਂਦਾ ਸੀ। ਸੰਗਤ ਦੇ ਇਕੱਠ ਦਾ ਵੀ ਪ੍ਰਬੰਧ ਨਹੀਂ ਸੀ। ਜਿੱਥੇ ਜਿੱਥੇ ਸੰਗਤ ਦਾ ਇਕੱਠ ਹੋਣਾ, ਉੱਥੇ ਜਾ ਕੇ ਗੁਰੂ ਸਾਹਿਬ ਜੀ ਨੇ ਆਪਣੇ ਤਰੀਕੇ ਦੇ ਨਾਲ ਆਪਣੀ ਗੱਲ ਨੂੰ ਰੱਖਣਾ। ਮੈਂ ਆਪਣੇ ਸਮੇਂ ਵਿੱਚ ਰਹਿ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਬਗਦਾਦ ਵਿੱਚ ਗਏ ਨੇ, ਉਸ ਸਮੇਂ ਦਾ ਕੁਝ ਇਤਿਹਾਸ ਆਪ ਜੀ ਦੇ ਸਮਕਸ਼ ਰੱਖ ਕੇ ਖਿਮਾ ਦਾ ਜਾਚਕ ਹੋ ਜਾਣਾ ਹੈ। ਗੁਰੂ ਨਾਨਕ ਸਾਹਿਬ ਜੀ ਬਗਦਾਦ ਦੀ ਧਰਤੀ ਤੇ ਜਾਂਦੇ ਨੇ। ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਇਕਾਂਤ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਪ੍ਰਾਰੰਭ ਕੀਤਾ। ਹੁਣ ਇਸਲਾਮ ਧਰਮ ਦੇ ਵਿੱਚ ਉਹਨਾਂ ਦੀ ਸ਼ਰ੍ਹਾ ਦੇ ਮੁਤਾਬਕ ਜੋ ਰਾਗ ਹੈ ਉਹ ਇਹਨੂੰ ਸਹੀ ਨਹੀਂ ਮੰਨਦੇ। ਉਹ ਕਹਿੰਦੇ ਇਹ ਰਾਗ ਜਿਹੜਾ ਹੈ ਮਨ ਨੂੰ ਭੜਕਾਉਂਦਾ ਹੈ। ਜਿਹੜਾ ਰਾਗ ਹੈ ਇਹਦੇ ਨਾਲ ਮਨ ਦੇ ਟਿਕਾਵ ਨੂੰ ਜਿਹੜਾ ਹੈ ਟਿਕਦਾ ਨਹੀਂ, ਮਨ ਭਟਕਦਾ ਹੈ। ਉਹਨਾਂ ਦੀ ਸ਼ਰ੍ਹਾ ਦੇ ਮੁਤਾਬਕ ਰਾਗ ਦੀ ਪਾਬੰਦੀ ਸੀ। ਪਰ ਗੁਰੂ ਨਾਨਕ ਦੇਵ ਜੀ
ਬਗਦਾਦ ਦੇ ਵਿੱਚ ਜਾ ਕੇ ਉੱਥੇ ਇਕਾਂਤ ਬੈਠ ਕੇ ਗੁਰਬਾਣੀ ਦਾ ਕੀਰਤਨ ਕਰਦੇ ਨੇ, ਗੁਰਬਾਣੀ ਦਾ ਪਾਠ ਕਰਦੇ ਨੇ, ਕੀਰਤਨ ਕਰਦੇ ਨੇ। ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ। ਹੁਣ ਜਦੋਂ ਭਾਈ ਮਰਦਾਨਾ ਜੀ ਨੇ ਰਬਾਬ ਨੂੰ ਛਿੜਿਆ, ਗੁਰੂ ਨਾਨਕ ਸਾਹਿਬ ਜੀ ਨੇ ਇਲਾਹੀ ਬਾਣੀ ਦੇ ਕੀਰਤਨ ਪ੍ਰਾਰੰਭ ਕੀਤੇ। ਲੋਕਾਂ ਨੇ ਜਾ ਕੇ ਉੱਥੋਂ ਦੇ ਪੀਰ ਦਸਤਗੀਰ ਨੂੰ ਦੱਸਿਆ ਕਿ ਕੋਈ ਹਿੰਦੀ ਪੀਰ ਆਇਆ ਹੈ ਜੋ ਰਾਗ ਗਾ ਰਿਹਾ ਹੈ, ਤੇ ਰਾਗ ਦੇ ਉੱਤੇ ਉਹਨਾਂ ਦੀ ਸ਼ਰ੍ਹਾ ਦੇ ਮੁਤਾਬਕ ਉੱਥੇ ਪਾਬੰਦੀ ਸੀ। ਹੁਣ ਪੀਰ ਦਸਤਗੀਰ ਨੇ ਉਹਨੇ ਕਿਹਾ ਤੇ ਬੜਾ ਮਾੜੀ ਗੱਲ ਹੈ, ਕੋਈ ਹਿੰਦੀ ਪੀਰ ਆ ਕੇ ਸਾਡੇ ਇਸ ਇਲਾਕੇ ਦੇ ਵਿੱਚ ਤੇ ਰਾਗ ਗਾ ਰਿਹਾ। ਉਹਨੇ ਆਪਣੇ ਵੱਲੋਂ ਸੁਨੇਹਾ ਵੀ ਭੇਜਿਆ ਕਿ ਇਹ ਕੰਮ ਗਲਤ ਹੈ, ਪਰ ਗੁਰੂ ਨਾਨਕ ਸਾਹਿਬ ਜੀ ਉਸ ਨਿਰੰਕਾਰ ਦੀ ਯਾਦ ਵਿੱਚ ਕੀਰਤਨ ਕਰਦੇ ਰਹੇ। ਜਿਹੜੇ ਕੀਰਤਨ ਨੂੰ ਪ੍ਰੇਮ ਕਰਨ ਵਾਲੇ ਸਨ ਉਹ ਗੁਰਬਾਣੀ ਕੀਰਤਨ ਸਰਵਣ ਵੀ ਕਰਦੇ ਸਨ। ਫਿਰ ਇਤਿਹਾਸ ਇੱਥੋਂ ਤੱਕ ਕਹਿੰਦਾ ਕਿ ਲੋਕ ਉੱਥੋਂ ਦੇ ਜਿਹੜੇ ਸੀ ਪੱਥਰ ਲੈ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਮਾਰਨ ਵਾਸਤੇ ਵੀ ਆਏ ਕਿ ਇਹ ਸਾਡੀ ਸ਼ਰ੍ਹਾ ਦੇ ਖਿਲਾਫ ਰਾਗ ਗਾ ਰਿਹਾ ਹੈ। ਪਰ ਜਦੋਂ ਪੱਥਰ ਮਾਰਨ ਵਾਸਤੇ ਅੱਗੇ ਵਧੇ, ਜਿਉਂ ਹੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਹੁੰਚਦੇ ਨੇ, ਜਾ ਕੇ ਉਹ ਕੀਰਤਨ ਸੁਣਦੇ ਨੇ, ਤੇ ਸਾਰੇ ਭਾਈ ਗੁਰਦਾਸ ਜੀ ਕਹਿੰਦੇ ਸੁੰਨ ਹੋ ਗਏ, ਬਿਲਕੁਲ ਟਿਕ ਗਏ। ਜਿਹੜੇ ਪੱਥਰ ਮਾਰਨ ਵਾਸਤੇ ਆਏ ਸਨ, ਗੁਰੂ ਨਾਨਕ ਸਾਹਿਬ ਜੀ ਦੇ ਜਦੋਂ ਕੀਰਤਨ ਸੁਣਿਆ, ਗੁਰਬਾਣੀ ਨੂੰ ਸੁਣਿਆ, ਰਾਗ ਦੇ ਵਿੱਚ ਗਾਉਂਦੇ ਆ, ਤੇ ਸੁੰਨ ਹੋ ਗਏ। ਉਹਨਾਂ ਦੇ ਅੰਦਰ ਜਿਹੜੇ ਸੀ ਉਹਨਾਂ ਦੇ ਫੁਰਨੇ ਵੀ ਰੁਕ ਗਏ। ਹੁਣ ਹੱਥਾਂ ਵਿੱਚ ਪੱਥਰ ਤੇ ਰੁਕ ਗਏ, ਹੱਥਾਂ ਤੇ ਪੱਥਰ ਡਿੱਗ ਗਏ। ਆਏ ਸਨ ਮਾਰਨ ਵਾਸਤੇ, ਪਰ ਗੁਰੂ ਨਾਨਕ ਸਾਹਿਬ ਜੀ ਨੂੰ ਦੇਖ ਕੇ ਸੁੰਨ ਹੋ ਗਏ। ਜਿਸ ਪ੍ਰਥਾਏ ਭਾਈ ਗੁਰਦਾਸ ਜੀ ਕਹਿੰਦੇ, ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਗੁਰੂ ਨਾਨਕ ਸਾਹਿਬ ਜੀ ਨੇ ਨਾਲ ਭਾਈ ਮਰਦਾਨਾ ਜੀ ਰਬਾਬੀ ਨੇ ਬਗਦਾਦ ਦੇ ਵਿੱਚ ਜਾ ਕੇ, ਬਾਹਰ ਜਾ ਕੇ ਇੱਕ ਸਥਾਨ ਤੇ ਬੈਠ ਕੇ ਕੀਰਤਨ ਪ੍ਰਾਰੰਭ ਕੀਤਾ। ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਦ ਹੁਆ ਜਹਾਨਾ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਾਂਗ ਦਿੱਤੀ। ਹੁਣ ਗੁਰੂ ਨਾਨਕ ਸਾਹਿਬ ਜੀ ਦੀ ਬਾਂਗ ਕੋਈ ਅੱਲਾਹੂ ਅਕਬਰ ਨਹੀਂ ਸੀ। ਉਹਨਾਂ ਨੇ ਅੱਲਾਹੂ ਅਕਬਰ ਨਹੀਂ ਕਿਹਾ ਆਪਣੀ ਬਾਂਗ ਦੇ ਵਿੱਚ। ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਬਾਂਗ ਸੀ ਉਹ ਕੀ ਸੀ? ਗੁਰਬਰ ਅਕਾਲ, ਸਤਿ ਸ੍ਰੀ ਅਕਾਲ, ਚਿਤ ਚਰਨ ਨਾਮ, ਘਰ ਘਰ ਪ੍ਰਣਾਮ। ਜਦੋਂ ਇਹ ਬਾਂਗ ਦਿੱਤੀ, ਗੁਰਬਾਣੀ ਦਾ ਕੀਰਤਨ ਕੀਤਾ, ਤੇ ਸਾਰੇ ਸੁੰਨ ਹੋ ਗਏ, ਸਾਰੇ ਅਫੁਰ ਹੋ ਗਏ, ਅੰਦਰ ਦੇ ਫੁਰਨੇ ਰੁਕ ਗਏ, ਅੰਦਰ ਟਿਕ ਗਏ। ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਦ ਹੁਆ ਜਹਾਨਾ। ਸੁਨ ਮੁਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ। ਸਾਰੀ ਨਗਰੀ ਸੁੰਨ ਹੋ ਗਈ, ਸਭ ਦੇ ਫੁਰਨੇ ਰੁਕ ਗਏ। ਜਿਹੜੇ ਗੁੱਸੇ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਪੱਥਰ ਮਾਰਨ ਵਾਸਤੇ ਆਏ ਸਨ, ਉਹਨਾਂ ਦੇ ਹੱਥਾਂ ਦੇ ਵਿੱਚੋਂ ਪੱਥਰ ਡਿੱਗ ਗਏ। ਹੁਣ ਉੱਥੋਂ ਦਾ ਜਿਹੜਾ ਪੀਰ ਸੀ, ਹੁਣ ਉਹ ਸੋਚਦਾ ਹੈ ਕੌਣ ਹੈ ਜਿਹੜਾ ਇਸ ਇਲਾਕੇ ਦੇ ਵਿੱਚ ਆ ਕੇ ਰਾਗ ਨੂੰ ਗਾ ਰਿਹਾ ਹੈ। ਜਿਹੜੇ ਮਾਰਨ ਵਾਸਤੇ ਜਾਂਦੇ ਨੇ ਉਹ ਸੁੰਨ ਹੋ ਜਾਂਦੇ ਨੇ। ਕਿਹੜੀ ਸ਼ਕਤੀ ਹੈ, ਕੌਣ ਹੈ ਜਿਹੜਾ ਇੱਥੇ ਆਇਆ ਹੈ? ਹੁਣ ਉਹਨੇ ਅੰਤਰ ਧਿਆਨ ਹੋ ਕੇ ਦੇਖਿਆ, ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ। ਦੇਖਿਆ ਕਿਹੜਾ ਫਕੀਰ ਹੈ, ਪੁੱਛਿਆ ਫਿਰ ਤੇ ਦਸਤਗੀਰ ਕੌਣ ਫਕੀਰ ਕਿਸਕਾ ਕਰਹਾਨਾ। ਹੁਣ ਪੀਰ ਦਸਤਗੀਰ ਖੁਦ ਚੱਲ ਕੇ ਆਇਆ, ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦਾ ਹੈ, ਤੁਸੀਂ ਕੌਣ ਹੋ? ਕਿਹੜਾ ਤੁਹਾਡਾ ਕਰਹਾਨਾ ਹੈ? ਕਿਸ ਘਰਾਣੇ ਦੇ ਜੋ ਤੁਸੀਂ? ਹੁਣ ਜਦੋਂ ਗੱਲਬਾਤ ਪੀਰ ਦਸਤਗੀਰ ਗੁਰੂ ਨਾਨਕ ਸਾਹਿਬ ਜੀ ਨਾਲ ਕਰਦਾ ਹੈ, ਤੁਸੀਂ ਇਸ ਇਲਾਕੇ ਦੇ ਵਿੱਚ ਆ ਕੇ ਰਾਗ ਗਾਇਆ, ਸਾਰੀ ਨਗਰੀ ਸੁੰਨ ਹੋ ਗਈ ਹੈ, ਕੌਣ ਹੋ? ਕਿਸ ਘਰਾਣੇ ਦੇ ਵਿੱਚੋਂ ਹੈ? ਤੇ ਗੁਰੂ ਨਾਨਕ ਸਾਹਿਬ ਜੀ ਆਖਣ ਲੱਗੇ, ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ। ਭਾਈ ਮਰਦਾਨਾ ਜੀ ਕਹਿੰਦੇ ਗੁਰੂ ਨਾਨਕ ਦੇਵ ਜੀ ਹਨ।
ਜਿਹੜੇ ਕਲਯੁਗ ਦਾ ਉਧਾਰ ਕਰਨ ਵਾਸਤੇ, ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ ਆਏ ਨੇ, ਇਹਨਾਂ ਨੇ ਉਸ ਰੱਬ ਨੂੰ ਪਛਾਣਿਆ ਹੈ। ਤਰਤ ਆਕਾਸ਼ ਚਹੁ ਦਿਸ ਜਾਨਾ, ਤੇ ਉਸ ਪਰਮੇਸ਼ਰ ਦੀ ਬੰਦਗੀ ਕਰਕੇ ਇਹ ਹਰ ਥਾਂ ਤੇ ਜਾਣੇ ਜਾਂਦੇ ਨੇ। ਗੁਰੂ ਨਾਨਕ ਦੇਵ ਜੀ ਕਲਯੁਗ ਦੇ ਅਵਤਾਰ ਨੇ। ਪੀਰ ਦਸਤਗੀਰ ਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਨਾਲ ਵਿਚਾਰਾਂ ਕੀਤੀਆਂ ਕਿ ਹੇ ਹਿੰਦੀ ਪੀਰ, ਤੁਹਾਨੂੰ ਪਤਾ ਨਹੀਂ, ਤੁਸੀਂ ਸਾਡੇ ਇਲਾਕੇ ਦੇ ਵਿੱਚ ਆ ਕਰਕੇ ਇੱਥੇ ਰਾਗ ਨੂੰ ਗਾਉਣਾ ਪ੍ਰਾਰੰਭ ਕਰ ਦਿੱਤਾ ਹੈ। ਤੁਹਾਨੂੰ ਇਸ ਗੱਲ ਦਾ ਪਤਾ ਨਹੀਂ, ਇਹ ਰਾਗ ਸਾਡੀ ਸ਼ਰ੍ਹਾ ਦੇ ਖਿਲਾਫ ਹੈ। ਸਾਡੀ ਸ਼ਰ੍ਹਾ ਜਿਹੜੀ ਹੈ ਉਹ ਰਾਗ ਦੇ ਉੱਤੇ ਪਾਬੰਦੀ ਲਗਾ ਰੱਖੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਫਿਰ ਉਹਨਾਂ ਨੂੰ ਸਮਝਾਇਆ, ਦੇਖੋ ਰਾਗ ਮਾੜਾ ਨਹੀਂ ਹੈ। ਰਾਗ ਨੂੰ ਇਸ ਤਰ੍ਹਾਂ ਮਾੜਾ ਕਹਿਣਾ ਠੀਕ ਨਹੀਂ ਹੈ। ਰਾਗ ਦੇ ਵਿੱਚ ਉਸ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਕੀਤਾ ਜਾਵੇ ਤੇ ਭਟਕਦੇ ਹੋਏ ਮਨ ਸ਼ਾਂਤ ਹੋ ਜਾਇਆ ਕਰਦੇ ਨੇ, ਡੋਲਦੇ ਹੋਏ ਮਨ ਟਿਕ ਜਾਂਦੇ ਨੇ, ਉਸ ਰੱਬੀ ਪ੍ਰੇਮ ਦੇ ਵਿੱਚ ਰੰਗੇ ਜਾਂਦੇ ਨੇ। ਜੇ ਇਸ ਰਾਗ ਦੇ ਵਿੱਚ ਗੁਰੂ ਦੇ ਸ਼ਬਦ ਨੂੰ, ਪਰਮੇਸ਼ਰ ਦੇ, ਅੱਲਾ ਦੀ ਸਿਫਤ ਸਲਾਹ ਨੂੰ ਗਾਇਆ ਜਾਵੇ, ਜੇ ਇਸੇ ਰਾਗ ਦੇ ਵਿੱਚ ਭੜਕਾਊ ਗੀਤਾਂ ਨੂੰ ਗਾਇਆ ਜਾਵੇ ਤੇ ਫਿਰ ਇਹ ਰਾਗ ਜਿਹੜਾ ਹੈ ਮਨ ਨੂੰ ਭੜਕਾਉਂਦਾ ਹੈ। ਹੁਣ ਉਹਦੇ ਵਿੱਚ ਸੋਚ ਸਾਡੀ ਹੈ, ਅਸੀਂ ਰਾਗ ਨੂੰ ਕਿਸ ਤਰ੍ਹਾਂ ਵਰਤਣਾ ਹੈ। ਅੱਜ ਵੀ ਸੰਸਾਰ ਦੇ ਵਿੱਚ ਰਾਗ ਗਾਏ ਜਾਂਦੇ ਨੇ। ਅੱਜ ਵੀ ਸਾਡੇ ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ ਬਹੁਤ ਸਾਰੇ ਸਿੰਗਰ ਨੇ, ਉਹ ਆਪਣੇ ਆਪਣੇ ਤਜਰਬੇ ਅਨੁਸਾਰ ਕੁਝ ਗੀਤ ਲਿਖਦੇ ਨੇ ਤੇ ਗੀਤਾਂ ਨੂੰ ਗਾਇਆ ਜਾਂਦਾ ਹੈ। ਹੁਣ ਸਾਜ਼ ਉਹੀ ਹੈ, ਉਹੀ ਸਾਜ਼ ਵੱਜਦੇ ਨੇ, ਉਹੀ ਵਾਜਾ ਹੈ, ਉਹੀ ਤਬਲਾ ਹੈ, ਉਹੀ ਸਰੰਗੀ ਹੈ, ਉਹਦੇ ਨਾਲ ਹੀ ਪਰਮੇਸ਼ਰ ਦੀ ਸਿਫਤ ਸਲਾਹ ਵੀ ਗਾਈ ਜਾਂਦੀ ਹੈ ਤੇ ਉਹ ਅਖਾੜਿਆਂ ਦੇ ਵਿੱਚ ਵੀ ਵੱਜਦਾ ਹੈ। ਰਾਗ ਤਾਂ ਉਹੀ ਹੈ, ਪਰ ਰਾਗ ਦੇ ਵਿੱਚ ਗਾਇਆ ਕੀ ਜਾ ਰਿਹਾ ਹੈ, ਫਰਕ ਇਸ ਚੀਜ਼ ਦਾ ਪੈਂਦਾ। ਹੁਣ ਜਦੋਂ ਰਾਗ ਦੇ ਵਿੱਚ ਜਦੋਂ ਭੜਕਾਊ ਗੀਤ ਗਾਏ ਜਾਣਗੇ, ਉਸ ਭੜਕਾਊ ਗੀਤਾਂ ਦਾ ਸੰਸਾਰ ਦੇ ਉੱਤੇ ਸਾਡੀ ਜਨਰੇਸ਼ਨ ਤੇ ਕੀ ਫਰਕ ਪੈਂਦਾ ਅੱਜ ਸਾਡੇ ਸਾਹਮਣੇ ਹੈ। ਅੱਜ ਦੇ ਦੌਰ ਵਿੱਚ ਅਸੀਂ ਦੇਖਦੇ ਹਾਂ ਬਹੁਤ ਸਾਰੇ ਭੜਕਾਊ ਗੀਤ ਜਿਹੜੇ ਸਾਡੇ ਨੌਜਵਾਨ ਵੀਰ ਸੁਣਦੇ ਨੇ ਤੇ ਉਹਨਾਂ ਗੀਤਾਂ ਨੂੰ ਸੁਣ ਕੇ, ਕਿਉਂਕਿ ਇਹਨਾਂ ਗੀਤਾਂ ਦੇ ਵਿੱਚ ਪ੍ਰਮੋਟ ਕੀਤਾ ਜਾਂਦਾ ਸ਼ਰਾਬਾਂ ਨੂੰ, ਉਹਦੇ ਵਿੱਚ ਸਾਡੇ ਹਥਿਆਰਾਂ ਦੀ ਗੱਲ ਕੀਤੀ ਗਈ, ਸ਼ਰਾਬ ਦੀ ਗੱਲ ਕੀਤੀ ਗਈ, ਜਵਾਨੀ ਦੀ ਗੱਲ ਕੀਤੀ ਗਈ, ਬਹੁਤ ਕੁਝ ਹੈ। ਹੁਣ ਜੋ ਅਸੀਂ ਗਾਇਆ, ਜੋ ਅਸੀਂ ਸੁਣਿਆ, ਉਹਦਾ ਅਸਰ ਤੇ ਪਏਗਾ, ਮਨ ਨੂੰ ਭੜਕਾਉਂਦਾ ਹੈ। ਜਦੋਂ ਗੀਤ ਕੋਈ ਸੁਣਦਾ ਤੇ ਇੱਕ ਬਜ਼ੁਰਗ ਵੀ ਜੇ ਗੀਤ ਸੁਣਦਾ ਤੇ ਉਹਦਾ ਵੀ ਪੈਰ ਟੱਪਣ ਲੱਗ ਪੈਂਦਾ। ਹੁਣ ਇਸੇ ਰਾਗ ਦੇ ਵਿੱਚ ਜੇਕਰ ਗੁਰਬਾਣੀ ਦਾ ਪਾਠ ਕੀਤਾ ਜਾਵੇ, ਗੁਰਬਾਣੀ ਪੜ੍ਹੀ ਜਾਵੇ, ਗੁਰਬਾਣੀ ਦਾ ਕੀਰਤਨ ਹੁੰਦਾ ਹੋਵੇ, ਕਿੰਨਾ ਵੀ ਚੰਚਲ ਮਨ ਹੈ, ਜਦੋਂ ਤੁਸੀਂ ਇਕਾਗਰਤਾ ਦੇ ਨਾਲ ਚੌਂਕੜਾ ਮਾਰ ਕੇ ਗੁਰਬਾਣੀ ਦਾ ਕੀਰਤਨ ਸਰਵਣ ਕਰਦੇ, ਮਨ ਟਿਕ ਜਾਂਦਾ ਹੈ। ਭਟਕਦੇ ਹੋਏ ਮਨ ਨੂੰ ਸਕੂਨ ਮਿਲਦਾ ਹੈ। ਹੁਣ ਵਿਚਾਰ ਇਹ ਕਿ ਅਸੀਂ ਗਾ ਕੀ ਰਹੇ ਹਾਂ ਰਾਗ ਦੇ ਨਾਲ, ਇਸ ਰਾਗ ਦੇ ਵਿੱਚ ਕੀ ਗਾਇਆ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ, ਜਿਨ੍ਹਾਂ ਨੇ ਚੰਗਾ ਲਿਖਿਆ ਹੈ, ਜਿਨ੍ਹਾਂ ਨੇ ਪਿਆਰੇ ਦੀ ਸਿਫਤ ਸਲਾਹ ਲਿਖੀ ਹੈ ਇਸ ਕਲਮ ਦੇ ਨਾਲ, ਕਿਉਂਕਿ ਬਹੁਤ ਕੁਝ ਅੱਜ ਰਾਈਟਰ ਦੇ ਹੱਥ ਵਿੱਚ ਹੈ। ਅੱਜ ਦੇ ਦੌਰ ਵਿੱਚ ਬਹੁਤ ਸਾਰੇ ਰਾਈਟਰ ਨੇ ਜਿਹੜੇ ਕਿ ਕੌਮ ਵਾਸਤੇ, ਪੰਥ ਵਾਸਤੇ ਬੜਾ ਚੰਗਾ ਕੰਮ ਕਰ ਰਹੇ ਨੇ, ਚੰਗੇ ਗੀਤ ਲਿਖ ਰਹੇ ਨੇ, ਜਿਨ੍ਹਾਂ ਦੇ ਨਾਲ ਨੌਜਵਾਨ ਪੀੜ੍ਹੀ ਨੂੰ, ਸਾਡੀ ਨੂੰ ਸੇਧ ਮਿਲਦੀ ਹੈ। ਤੇ ਬਹੁਤ ਸਾਰੇ ਉਹ ਵੀ ਰਾਈਟਰ ਨੇ ਜਿਹੜੇ ਕਿ ਸਾਡੀ ਇਸ ਪੀੜ੍ਹੀ ਨੂੰ ਡੋਬਣ ਤੇ ਲੱਗੇ ਹੋਏ ਨੇ, ਨਸ਼ਿਆਂ ਦੇ ਵਿੱਚ ਵਾੜ ਰਹੇ ਨੇ, ਹਥਿਆਰਾਂ ਦੇ ਨਾਲ ਜੋੜ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਜਿਨੇ ਚੰਗਾ ਲਿਖਿਆ, ਜਿਨੇ ਪਰਮੇਸ਼ਰ ਦੀ ਸਿਫਤ ਸਲਾਹ ਲਿਖੀ, ਉਸ ਲਿਖਾਰੀ ਦੀ ਵਡਿਆਈ ਕੀਤੀ ਹੈ। ਧੰਨ ਸੋ ਕਾਗਦ ਕਲਮ, ਧੰਨ ਧੰਨ ਭਾਂਡਾ, ਧੰਨ ਮਸ, ਧੰਨ ਲਿਖਾਰੀ ਨਾਨਕਾ, ਜਿਨ ਨਾਮ ਲਿਖਾਇਆ ਸੱਚ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਹ ਭਾਂਡਾ, ਧੰਨ ਸੋ ਕਾਗਦ ਕਲਮ, ਧੰਨ ਧੰਨ ਭਾਂਡਾ, ਧੰਨ ਮਸ, ਕਹਿੰਦੇ ਉਹ ਕਾਗਦ ਨੂੰ ਧੰਨ ਕਹੋ ਜਿਸ ਕਾਗਦ ਤੇ ਪਰਮੇਸ਼ਰ ਦੀ ਸਿਫਤ ਸਲਾਹ ਲਿਖੀ ਗਈ। ਉਸ ਕਲਮ ਨੂੰ ਧੰਨ ਕਹੋ, ਉਹ ਸ਼ਾਹੀ ਨੂੰ ਧੰਨ ਕਹੋ, ਦਵਾਤ ਨੂੰ ਧੰਨ ਕਹੋ। ਕਹਿੰਦੇ ਨਾ ਕੇਵਲ ਸ਼ਾਹੀ, ਨਾ ਦਵਾਤ, ਨਾ ਕਲਮ ਤੇ ਨਾ ਕਾਗਦ ਹੀ ਧੰਨ ਕਹੋ, ਉਸ ਲਿਖਾਰੀ ਨੂੰ ਵੀ ਧੰਨ ਕਹੋ ਜਿਹਨੇ ਸੱਚ ਲਿਖਿਆ, ਪਰਮੇਸ਼ਰ ਦੀ ਸਿਫਤ ਸਲਾਹ ਲਿਖੀ।
ਚੰਗੀ ਚੀਜ਼ ਲਿਖਣ ਵਾਲੇ ਨੂੰ ਜਿਹਨੇ ਚੰਗਾ ਲਿਖਿਆ, ਸਮਾਜ ਵਾਸਤੇ ਕੰਮ ਕੀਤਾ, ਪਾਤਸ਼ਾਹ ਜੀ ਨੇ ਧੰਨ ਕਿਹਾ ਜਿਹਨੇ ਪਿਆਰੇ ਦੀ ਸਿਫਤ ਸਲਾਹ ਨੂੰ ਲਿਖਿਆ। ਹੁਣ ਇਸ ਸਿਫਤ ਸਲਾਹ ਨੂੰ, ਉਸ ਗੁਰਬਾਣੀ ਨੂੰ ਗਾਉਣ ਵਾਲਾ ਵੀ ਧੰਨ ਹੈ ਤੇ ਲਿਖਣ ਵਾਲਾ ਵੀ ਧੰਨ ਹੈ। ਹੁਣ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਕਲਮ ਜਲੋ ਸਣ ਮਸਵਾਣੀ ਹੈ, ਕਾਗਦ ਭੀ ਜਲ ਜਾਓ, ਲਿਖਣ ਵਾਲਾ ਜਲ ਬਲੋ, ਜਿਨ ਲਿਖਿਆ ਦੂਜਾ ਪਾਓ। ਇੱਕ ਬੰਨੇ ਕਹਿੰਦੇ ਕਲਮ ਧਨ ਹੈ, ਕਾਗਦ ਧਨ ਹੈ, ਸਿਆਹੀ ਧਨ ਹੈ, ਦਬਾਤ ਧਨ ਹੈ ਤੇ ਲਿਖਾਰੀ ਵੀ ਧਨ ਹੈ। ਪਰ ਉਹ ਲਿਖਾਰੀ ਧਨ ਹੈ ਜਿਹਨੇ ਸੱਚ ਲਿਖਿਆ, ਜਿਹਨੇ ਰੱਬ ਦੇ ਨਾਲ ਜੋੜਨ ਦੀ ਗੱਲ ਕੀਤੀ, ਜਿਹਨੇ ਸਮਾਜ ਵਾਸਤੇ ਚੰਗਾ ਕੰਮ ਕੀਤਾ। ਹੁਣ ਜਿਹੜੇ ਕੇਵਲ ਗੰਦ ਪਾ ਰਹੇ ਨੇ ਸਮਾਜ ਵਿੱਚ ਲਿਖ ਕੇ ਮਾੜੇ ਗੀਤ, ਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਦਰਿਆ ਵਿੱਚ ਝੋਕ ਰਹੇ ਨੇ, ਉਹਨਾਂ ਵਾਸਤੇ ਪਾਤਸ਼ਾਹ ਜੀ ਕਹਿੰਦੇ ਨੇ ਕਲਮ ਉਹਦੀ ਨੂੰ ਅੱਗ ਲੱਗ ਜਾਏ। ਕਲਮ ਜਲੋਂ ਸੜ ਮਸਵਾਣੀਏ, ਕਾਗਦ ਵੀ ਜਲ ਜਾਓ। ਕਹਿੰਦੇ ਕਲਮ ਸੜ ਜਾਏ, ਅੱਗ ਲੱਗ ਜਾਏ ਅਸੀਂ ਕਲਮ ਨੂੰ, ਕਾਗਦ ਸੜ ਕੇ ਸਵਾਹ ਹੋ ਜਾਏ, ਛਾਈ ਵੀ ਸੜ ਜਾਵੇ। ਕਲਮ ਜਲੋਂ ਸਣ ਮਸਵਾਣੀਏ, ਕਾਗਦ ਵੀ ਜਲ ਜਾਓ, ਲਿਖਣ ਵਾਲਾ ਜਲ ਬਲੋ, ਜਿਨ ਲਿਖਿਆ ਦੂਜਾ ਪਾਓ। ਕਹਿੰਦੇ ਐਸਾ ਲਿਖਾਰੀ ਵੀ ਸੜ ਕੇ ਸਵਾਹ ਹੋ ਜਾਏ ਤੇ ਚੰਗਾ, ਜਿਹਨੇ ਦੂਜੇ ਭਾਉ ਦੀ ਗੱਲ ਕੀਤੀ, ਜਿਹਦੀ ਕਲਮ ਨੇ ਸਾਡੀ ਪੀੜ੍ਹੀ ਨੂੰ ਰੱਬ ਦੇ ਨਾਲੋਂ ਤੋੜ ਕੇ ਦੂਜੇ ਭਾਉ ਦੇ ਨਾਲ ਜੋੜ ਦਿੱਤਾ। ਇੱਕ ਇਨਸਾਨ ਬੱਚਾ ਹੈ, ਉਹ ਅਜੇ ਚੰਗੀ ਗੱਲ ਸੁਣੇ, ਚੰਗੇ ਵਿਚਾਰ ਸੁਣੇ ਤੇ ਉਹਦਾ ਜੀਵਨ ਜਿਹੜਾ ਹੈ ਸੁਧਰ ਸਕਦਾ, ਉਹ ਰੱਬ ਨਾਲ ਜੁੜ ਸਕਦਾ ਜੇ ਉਹਨੂੰ ਚੰਗਾ ਲਿਖਾਰੀ, ਚੰਗਾ ਸੰਗੀਤ ਸੁਣੇ, ਉਹਦੇ ਜੀਵਨ ਦੇ ਵਿੱਚ ਤਬਦੀਲੀ ਆ ਸਕਦੀ। ਪਰ ਉਹੀ ਬੱਚੇ ਨੂੰ ਸੁਣਨ ਵਾਸਤੇ ਸਮਾਜ ਦੇ ਵਿੱਚ ਜਦੋਂ ਮਾੜੇ ਗੀਤ ਮਿਲ ਗਏ, ਮਾੜੇ ਲਿਖਾਰੀ ਦੀ ਉਹਨੇ ਕਲਮ ਤੋਂ ਲਿਖੇ ਹੋਏ ਗੀਤਾਂ ਨੂੰ ਸੁਣਿਆ, ਮਾੜੇ ਸਿੰਗਰਾਂ ਨੇ ਗਾਇਆ, ਤੇ ਅੱਜ ਅਸੀਂ ਦੇਖਦੇ ਹਾਂ ਕਿਹੜੇ ਨਸ਼ਿਆਂ ਦੇ ਨਾਲ ਜੋੜਦੇ ਨੇ ਸਾਡੀ ਨੌਜਵਾਨ ਪੀੜ੍ਹੀ। ਸਾਡਾ ਦੁਖਾਂਤ ਹੈ ਕਿ ਉਹਨਾਂ ਦੀ ਫੈਨ ਹੈ, ਅੱਜ ਉਹਨਾਂ ਦੀ ਫੈਨ ਨਹੀਂ ਜਿਨ੍ਹਾਂ ਸੱਚ ਦੀ ਗੱਲ ਕੀਤੀ ਹੈ। ਇਹ ਸਾਡੀ ਸੋਚ ਦੇ ਉੱਤੇ ਨਿਰਭਰ ਕਰਦਾ। ਗੁਰੂ ਨਾਨਕ ਸਾਹਿਬ ਜੀ ਨੇ ਬਗਦਾਦ ਵਿੱਚ ਜਾ ਕੇ ਇਹੀ ਗੱਲ ਸਮਝਾਈ ਪੀਰ ਦਸਤਗੀਰ ਨੂੰ, ਪੀਰ ਦਸਤਗੀਰ ਰਾਗ ਮਾੜਾ ਨਹੀਂ, ਰਾਗ ਤੇ ਪਾਬੰਦੀ ਲਾਉਣੀ ਠੀਕ ਨਹੀਂ। ਸੋਚਣ ਵਾਲੀ ਗੱਲ ਹੈ ਕਿ ਰਾਗ ਦੇ ਵਿੱਚ ਗਾਇਆ ਕੀ ਜਾ ਰਿਹਾ ਹੈ। ਸਾਡੀ ਅਸੀਂ ਜੋ ਅਲਫਾਜ਼ ਗਾ ਰਹੇ ਹਾਂ ਕੀ ਹੈ? ਜੇ ਪਿਆਰੇ ਦੇ ਗੀਤ ਗਾਏ ਜਾਣ ਤੇ ਬਹੁਤ ਸਾਰੀਆਂ ਰੂਹਾਂ ਰੰਗੀਆਂ ਜਾ ਸਕਦੀਆਂ ਨੇ। ਗੁਰਬਾਣੀ ਦਾ ਕੀਰਤਨ ਜਦੋਂ ਗੁਰੂ ਨਾਨਕ ਸਾਹਿਬ ਜੀ ਭੇਜ ਕੇ ਕਰਦੇ ਸਨ, ਅੱਜ ਵੀ ਕੋਈ ਕੀਰਤਨ ਜਾਂ ਕੀਰਤਨ ਕਰਦਾ ਹੋਵੇ ਨਾ, ਬਹੁਤ ਤੜਫਦੇ ਹੋਏ ਮਨ ਜਿਹੜੇ ਅੱਜ ਸੰਸਾਰਿਕ ਦੌਰ ਦੇ ਵਿੱਚ ਵਿਚਰਦੇ ਆ, ਕਿਸੇ ਨੂੰ ਕੋਈ ਪਰੇਸ਼ਾਨੀ ਹੈ, ਕਿਸੇ ਨੂੰ ਕੋਈ ਪਰੇਸ਼ਾਨੀ ਹੈ, ਇੱਥੋਂ ਤੱਕ ਇੱਕ ਇਨਸਾਨ ਬਿਮਾਰੀ ਦੇ ਨਾਲ ਪਰੇਸ਼ਾਨ ਹੋ ਕੇ ਤੜਫ ਰਿਹਾ ਹੋਵੇ, ਕਿਤੇ ਉਹਦੇ ਕੋਲ ਗੁਰਬਾਣੀ ਚੱਲ ਰਹੀ ਹੋਵੇ, ਗੁਰਬਾਣੀ ਦਾ ਕੀਰਤਨੀਆਂ ਭਿੱਜ ਕੇ ਕਰਦਾ ਹੋਵੇ, ਉਹਦਾ ਮਨ ਵੀ ਤ੍ਰਿਪਤ ਹੋ ਜਾਂਦਾ। ਉਹ ਕਹਿੰਦਾ ਮੈਨੂੰ ਬੜਾ ਸਕੂਨ ਮਿਲਦਾ, ਗੁਰਬਾਣੀ ਦਾ ਪ੍ਰਵਾਹ ਚੱਲਦਾ, ਗੁਰਬਾਣੀ ਸੁਣ ਕੇ ਮੈਨੂੰ ਸਕੂਨ ਮਿਲਦਾ ਹੈ। ਇੱਕ ਮਰੀਜ਼ ਤੜਫਦਾ ਹੋਇਆ ਵੀ ਟਿਕ ਜਾਂਦਾ ਹੈ। ਤੇ ਬਗਦਾਦ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਜਦੋਂ ਗਏ, ਉੱਥੋਂ ਦੀ ਇੱਕ ਘਟਨਾ ਕਹਿ ਕੇ ਮੈਂ ਖਿਮਾ ਦਾ ਜਾਚਕ ਹੋ ਜਾਣਾ ਕਿ ਕੀਰਤਨ ਸੁਣਿਆ ਜਦੋਂ ਪਿਆਰੇ ਦੇ ਗੀਤਾਂ ਨੂੰ ਗਾਇਆ ਜਾਂਦਾ, ਕਿਸ ਤਰ੍ਹਾਂ ਮਨ ਸ਼ਾਂਤ ਹੁੰਦਾ ਹੈ ਤੇ ਕਿੱਥੇ ਕਿੱਥੇ ਸਾਡੀ ਮਦਦ ਕਰਦਾ ਹੈ। ਗੁਰੂ ਨਾਨਕ ਸਾਹਿਬ ਜੀ ਬਗਦਾਦ ਦੇ ਵਿੱਚ ਨੇ, ਇਕਾਂਤ ਵਿੱਚ ਬੈਠ ਕੇ, ਰੇਤ ਦੇ ਢੇਰ ਤੇ ਬੈਠ ਕੇ ਗੁਰਬਾਣੀ ਦਾ ਕੀਰਤਨ ਕਰਦੇ ਨੇ, ਇਕਾਂਤ ਵਿੱਚ ਬੈਠਦੇ ਨੇ। ਪਰ ਰੱਬ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਕੀਰਤਨ ਨੂੰ ਸੁਣ ਕੇ, ਹਾਲਾਂਕਿ ਜਿਹੜੇ ਪਹਿਲੋਂ ਪੱਥਰ ਮਾਰਨ ਵਾਸਤੇ ਆਏ ਸੀ, ਉਹਨਾਂ ਵਿੱਚੋਂ ਵੀ ਬਹੁਤ ਸਾਰੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਭਵਰੇ ਬਣ ਗਏ ਸਨ, ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰ ਕਰਨ ਲੱਗ ਪਏ ਸਨ, ਗੁਰੂ ਨਾਨਕ ਸਾਹਿਬ ਜੀ ਦੇ ਨਾਲ ਚੱਲਦੇ ਸਨ। ਇੱਕ ਉੱਥੋਂ ਦਾ ਹੀ ਇੱਕ ਅਰਬ ਦਾ ਇੱਕ ਰਾਈਟਰ ਹੋਇਆ ਜਿਹੜਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਚੱਲ ਕੇ ਉਹਨੇ ਸਾਰਾ ਇਤਿਹਾਸ ਲਿਖਿਆ। ਅੱਜ ਗੁਰੂ ਨਾਨਕ ਸਾਹਿਬ ਜੀ ਕਿਸ ਥਾਂ ਤੇ ਗਏ, ਅੱਜ ਗੁਰੂ ਨਾਨਕ ਸਾਹਿਬ ਜੀ ਨੇ ਕੀ ਕੀਤਾ, ਅੱਜ ਕਿਹੜੀ ਕਿਹੜੀ ਸੰਗਤ ਆਈ, ਕਿਹੜੀ ਕਿਹੜੀ ਸੰਗਤ ਦਾ ਪਾਰ ਉਤਾਰਾ ਹੋਇਆ। ਇਹ ਰਾਈਟਰ ਨਾਲ ਚੱਲਦਾ ਹੈ, ਇਹਦਾ ਨਾਮ ਹੈ ਰਾਜਦੀਨ। ਇਹ ਨਾਲ ਚੱਲਦਾ ਹੈ, ਸਾਰੀ ਘਟਨਾ ਨੂੰ ਲਿਖਦਾ ਹੈ। ਪਰ ਇਹ ਇਤਿਹਾਸ ਸਾਡੇ ਕੋਲ ਕਿੱਥੋਂ ਆਇਆ?
ਇੱਕ ਸਾਡਾ ਰਾਈਟਰ ਹੋਇਆ ਹੈ ਸੈਯਦ ਪ੍ਰਿਥੀਪਾਲ ਸਿੰਘ। ਇਹ ਪਹਿਲੋਂ ਇਸਲਾਮ ਧਰਮ ਵਿੱਚ ਸੀ, ਆਪਣੇ ਪਿਤਾ ਦੇ ਨਾਲ ਬਗਦਾਦ ਗਿਆ। ਉੱਥੋਂ ਦੀਆਂ ਲਾਇਬ੍ਰੇਰੀਆਂ ਦੇ ਵਿੱਚੋਂ ਇਹਨੂੰ ਉਸ ਰਾਈਟਰ ਰਾਜਦੀਨ ਦੀ ਲਿਖੀ ਹੋਈ ਪੁਸਤਕ ਮਿਲੀ, ਜਿਹਦਾ ਨਾਮ ਸੀ ਸਿਆਤੋ ਵਾਹ ਬਾਬਾ। ਉਹ ਪੁਸਤਕ ਨੂੰ ਇਹਨੇ ਪੜ੍ਹਿਆ। ਉਸ ਪੁਸਤਕ ਦੇ ਵਿੱਚੋਂ ਬਹੁਤ ਸਾਰਾ ਕੁਝ ਇਹ ਲਿਖ ਕੇ ਲੈ ਕੇ ਆਇਆ, ਤੇ ਇਹ ਜਿਹੜਾ ਇਸਲਾਮ ਧਰਮ ਦੇ ਵਿੱਚ ਜਿਹੜਾ ਇਸਲਾਮ ਦਾ ਸੀ, ਜਿਹੜਾ ਸ਼ੌਂਕ ਸੀ ਮੈਂ ਕੁਝ ਲਿਖਾਂ, ਜਦੋਂ ਇਹਨੇ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਲਿਖਿਆ ਤੇ ਪੜ੍ਹਿਆ, ਇਹ ਲਾਹੌਰ ਵਿੱਚ ਆ ਕੇ ਇਸ ਰਾਈਟਰ ਨੇ ਵੀ ਅੰਮ੍ਰਿਤ ਪਾਨ ਕਰਕੇ ਗੁਰੂ ਦਾ ਸਿੱਖ ਬਣ ਗਿਆ। ਤੇ ਜਿਹੜਾ ਕਿ ਫਿਰ ਉਹਨੇ ਬਹੁਤ ਕੁਝ ਲਿਖਿਆ, ਉਹਦਾ ਨਾਂ ਸੈਯਦ ਪ੍ਰਿਥੀਪਾਲ ਸਿੰਘ ਕਰਕੇ ਮਸ਼ਹੂਰ ਹੈ। ਉਹਨੇ ਇਹ ਘਟਨਾ ਨੂੰ ਲਿਖਿਆ, ਕਹਿੰਦਾ ਗੁਰੂ ਨਾਨਕ ਸਾਹਿਬ ਜੀ ਬਗਦਾਦ ਦੇ ਵਿੱਚ ਨੇ, ਇਕਾਂਤ ਵਿੱਚ ਬੈਠ ਕੇ ਕੀਰਤਨ ਕਰਦੇ ਨੇ। ਗੁਰੂ ਦੀ ਸੰਗਤ ਕਰਨ ਵਾਸਤੇ ਬਹੁਤ ਸਾਰੀ ਸੰਗਤ ਆ ਕੇ ਕੀਰਤਨ ਸਰਵਣ ਕਰਦੀ ਹੈ। ਅੱਧੀ ਰਾਤ ਤੋਂ ਬਾਅਦ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਜੀ ਕੀਰਤਨ ਪ੍ਰਾਰੰਭ ਕਰਦੇ ਨੇ। ਅੱਖਾਂ ਮੀਟ ਕੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ, ਗੁਰੂ ਨਾਨਕ ਸਾਹਿਬ ਜੀ ਉਸ ਨਿਰੰਕਾਰ ਦੀ ਯਾਦ ਵਿੱਚ ਬੈਠ ਕੇ ਉਹਦੇ ਪਿਆਰੇ ਦੇ ਗੀਤਾਂ ਨੂੰ ਗਾਉਂਦੇ ਨੇ। ਹੁਣ ਜਦੋਂ ਸੰਗਤ ਆ ਕੇ ਬੈਠਦੀ, ਉਹਨਾਂ ਸੰਗਤ ਦੇ ਵਿੱਚ ਇੱਕ ਬੀਬੀ ਆ ਕੇ ਡੇਲੀ ਗੁਰੂ ਨਾਨਕ ਸਾਹਿਬ ਜੀ ਦੇ ਕੀਰਤਨ ਨੂੰ ਸਰਵਣ ਕਰਦੀ ਹੈ, ਜਿਹੜੀ ਇਸਲਾਮ ਧਰਮ ਦੇ ਵਿੱਚੋਂ, ਜਿਹਦਾ ਇਤਿਹਾਸ ਵਿੱਚ ਨਾਮ ਸਲੀਮਾ ਆਇਆ ਹੈ। ਬੀਬੀ ਸਲੀਮਾ ਆ ਕੇ ਡੇਲੀ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕਰਦੀ ਹੈ, ਗੁਰਬਾਣੀ ਦਾ ਕੀਰਤਨ ਸੁਣਦੀ ਹੈ। ਪ੍ਰਭਾਤ ਵੇਲੇ ਜਦੋਂ ਲੋਹ ਲੱਗਦੀ ਹੈ, ਗੁਰੂ ਨਾਨਕ ਸਾਹਿਬ ਜੀ ਕੀਰਤਨ ਦੀ ਸਮਾਪਤੀ ਕਰਦੀ ਹੈ, ਨਮਸਕਾਰ ਕਰਕੇ ਆਪਣੇ ਘਰ ਵਾਪਸ ਚਲੇ ਜਾਂਦੀ ਹੈ। ਇਹ ਇੱਕ ਉੱਥੋਂ ਦੇ ਵਪਾਰੀ ਦੀ ਪਤਨੀ ਹੈ, ਜਿਹੜਾ ਮੁਸਲਮਾਨ ਹੈ, ਜਿਹਦਾ ਨਾਮ ਇਤਿਹਾਸ ਵਿੱਚ ਜਾਜਾ ਗੁਲਾਮ ਆਇਆ ਹੈ। ਇਹ ਪ੍ਰਦੇਸ਼ਾਂ ਵਿੱਚ ਜਾ ਕੇ ਵਪਾਰ ਕਰਦਾ ਸੀ, ਵਪਾਰੀ ਸੀ। ਇਹਦੀ ਘਰਵਾਲੀ ਸਲੀਮਾ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕਰਦੀ ਹੈ। ਇਹ ਵਿਦੇਸ਼ ਵਿੱਚੋਂ ਆਇਆ, ਇਹਨੇ ਆਪਣੇ ਘਰ ਆ ਕੇ ਵੇਖਿਆ। ਇਹਨੂੰ ਕਿਸੇ ਨੇ ਆਖਿਆ, ਜਾਜਾ ਗੁਲਾਮ, ਤੇਰੀ ਘਰਵਾਲੀ, ਤੇਰੀ ਪਤਨੀ ਸਲੀਮਾ ਜਿਹੜੀ ਹੈ, ਉਹ ਹਿੰਦੀ ਪੀਰ ਇੱਥੇ ਬਗਦਾਦ ਵਿੱਚ ਆਇਆ, ਉਹਦੀ ਸੰਗਤ ਕਰਦੀ ਹੈ, ਉਹਦੇ ਕੋਲ ਜਾ ਕੇ ਰਾਗ ਸੁਣਦੀ ਹੈ। ਤੇ ਤੁਸੀਂ ਜਾਣਦੇ ਹੋ ਰਾਗ ਸਾਡੀ ਸ਼ਰ੍ਹਾ ਦੇ ਵਿੱਚ ਮਨ੍ਹਾ ਹੈ, ਪਰ ਤੁਹਾਡੀ ਪਤਨੀ ਉਸ ਹਿੰਦੀ ਪੀਰ ਦੀ ਸੰਗਤ ਕਰਦੀ ਤੇ ਜਾ ਕੇ ਰਾਗ ਸੁਣਦੀ ਹੈ। ਹੁਣ ਜਦੋਂ ਇਹ ਗੱਲ ਉਹਨੂੰ ਸੁਣੀ ਤੇ ਉਹਦੇ ਮਨ ਵਿੱਚ ਗੁੱਸਾ ਆਇਆ ਕਿ ਮੇਰੀ ਪਤਨੀ ਇੱਕ ਹਿੰਦੀ ਪੀਰ ਦੀ ਸੰਗਤ ਕਰਦੀ ਤੇ ਜਾ ਕੇ ਰਾਗ ਸੁਣਦੀ, ਰਾਗ ਸਾਡੇ ਧਰਮ ਵਿੱਚ ਮਨ੍ਹਾ ਹੈ। ਸ਼ਰ੍ਹਾ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਕਿ ਕੋਈ ਰਾਗ ਸੁਣੇ। ਹੁਣ ਇਹ ਗੁੱਸੇ ਵਿੱਚ ਆਇਆ, ਪਰ ਉਧ ਗੁਰੂ ਨਾਨਕ ਦੇਵ ਦੀ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਅੱਜ ਬੀਬੀ ਸਲੀਮਾ ਨੂੰ ਕਹਿੰਦੇ ਨੇ ਕਿ ਸਲੀਮਾ ਜਾ ਤੂੰ ਆਪਣੇ ਘਰ ਵੱਲ ਜਾ, ਤੇ ਤੇਰੇ ਅੰਦਰ ਜੋ ਕੁਛ ਹੈ ਉਹ ਲੈ ਕੇ ਟਿਕ ਜਾਵੇਂ। ਬੀਬੀ ਸਲੀਮਾ ਆਪਣੇ ਘਰ ਗਈ। ਉੱਥੇ ਇਹਦੇ ਘਰ ਵਾਲਾ ਜਿਹੜਾ ਸੀ, ਉਹ ਬੜੇ ਗੁੱਸੇ ਦੇ ਵਿੱਚ ਸੀ, ਜਾਜਾ ਗੁਲਾਮ। ਉਹ ਕਹਿਣ ਲੱਗਾ, ਤੈਨੂੰ ਪਤਾ ਨਹੀਂ ਸਾਡੇ ਧਰਮ ਦੇ ਵਿੱਚ ਰਾਗ ਤੇ ਮਨਾਹੀ ਹੈ, ਰਾਗ ਗਾਉਣਾ, ਰਾਗ ਸੁਣਨਾ ਗਲਤ ਹੈ। ਬੀਬੀ ਸਲੀਮਾ ਕਹਿੰਦੀ, ਪਤੀ ਮੈਂ ਤੁਹਾਡੀ ਇੱਕ ਗੱਲ ਨਹੀਂ ਸੁਣਾਂਗੀ, ਪਹਿਲੋਂ ਮੇਰੀ ਇੱਕ ਬੇਨਤੀ ਸੁਣ ਲਓ, ਉਸ ਤੋਂ ਬਾਅਦ ਤੁਹਾਡੀ ਸਾਰੀ ਗੱਲ ਮੈਂ ਸੁਣਾਂਗੀ। ਤੁਸੀਂ ਮੈਨੂੰ ਡਾਂਟ ਲੈਣਾ, ਡਾਂਟ ਲੈਣਾ, ਫਟਕਾਰ ਲੈਣਾ, ਸਭ ਕੁਝ ਸੁਣਾਂਗੀ, ਤੁਹਾਡੇ ਹਰ ਸਵਾਲ ਦਾ ਜਵਾਬ ਦਾਂਗੀ। ਪਹਿਲੋਂ ਇੱਕ ਗੱਲ ਦੱਸੋ ਮੈਨੂੰ, ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੋ ਗਈ ਸੀ ਇਹਨੂੰ, ਗੁਰੂ ਨਾਨਕ ਦੇਵ ਜੀ ਦੀ ਸੰਗਤ ਕੀਤੀ ਸੀ। ਤੇ ਪਾਤਸ਼ਾਹ ਜੀ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੇ ਜੀ। ਉਸ ਸੰਗਤ ਦੇ ਵਿੱਚੋਂ ਕੀ ਮਿਲਿਆ ਜਿਹੜਾ ਮਨ ਭਟਕਦਾ ਇਨਸਾਨ ਦਾ ਸੰਗਤ ਵਿੱਚ ਆ ਕੇ ਇੰਨਾ ਟਿਕ ਜਾਂਦਾ ਕਿ ਉਹਨੂੰ ਸਾਰੀ ਸੋਝੀ ਹੋ ਜਾਂਦੀ ਹੈ। ਹੁਣ ਇਹ ਆਪਣੇ ਪਤੀ ਨੂੰ ਕਹਿੰਦੀ, 1 ਮਿੰਟ ਮੇਰੀ ਗੱਲ ਸੁਣੋ। ਉਹ ਕਹਿੰਦਾ, ਚੱਲ ਬੀਬੀ ਤੂੰ ਦੱਸ ਤੇਰੀ ਕੀ ਗੱਲ ਹੈ, ਸਲੀਮਾ ਤੂੰ ਕੀ ਕਹਿਣਾ ਚਾਹੁੰਦੀ ਹੈ। ਇਹ ਕਹਿਣ ਲੱਗੀ, ਪਤੀ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ, ਜਦੋਂ ਤੁਸੀਂ ਵਪਾਰ ਦੇ ਦੌਰਾਨ ਮਿਸਰ ਦੇਸ਼ ਵਿੱਚ ਗਏ ਸੋ, ਉੱਥੇ ਤੁਹਾਡੇ ਤੋਂ ਇੱਕ ਕਤਲ ਹੋ ਗਿਆ ਸੀ, ਉਹਦਾ ਕੀ ਬਣਿਆ। ਹੁਣ ਇਹ ਸੋਚਦਾ ਏ ਕਿ ਮੇਰੇ ਤੋਂ ਕਤਲ ਇੱਕ ਹੋਇਆ ਸੀ ਮਿਸਰ ਵਿੱਚ, ਮੈਂ ਤੇ ਇਹਦੇ ਨਾਲ ਗੱਲ ਨਹੀਂ ਕੀਤੀ, ਪਰ ਇਹਨੂੰ ਪਤਾ ਕਿੱਥੋਂ ਲੱਗਾ। ਅਜੇ ਉਹ ਸੋਚਦਾ ਤੇ ਫਿਰ ਬੀਬੀ ਸਲੀਮਾ ਅੱਗੋਂ ਦੂਜਾ ਸਵਾਲ ਕਹਿੰਦੀ ਹੈ,
ਕਹਿੰਦੀ ਪਤੀ ਜੀ ਜਦੋਂ ਮਿਸਰ ਵਿੱਚ ਤੁਹਾਡੇ ਕੋਲੋਂ ਕਤਲ ਹੋਇਆ ਉਹਦੀ ਤੁਸੀਂ ਸਜ਼ਾ ਦੇ ਵਾਸਤੇ ਤੁਸੀਂ ਆਪਣੇ ਵੱਲੋਂ ਘਰੋਂ ਮੋਹਰਾਂ ਲੈ ਕੇ ਗਏ, ਪਰ ਤੁਸੀਂ ਮੋਹਰਾਂ ਮੈਨੂੰ ਦੱਸ ਕੇ ਨਹੀਂ ਲੈ ਕੇ ਗਏ, ਕਿੰਨੀਆਂ ਮੋਹਰਾਂ ਜਾ ਕੇ ਦਿੱਤੀਆਂ, ਉਹਨਾਂ ਮੋਹਰਾਂ ਦਾ ਕੀ ਹੋਇਆ। ਹੁਣ ਇਹ ਸਮਝ ਗਿਆ ਕਿ ਹਿੰਦੀ ਪੀਰ ਦੇ ਵਿੱਚ ਕੋਈ ਕਰਾਮਾਤ ਹੈ, ਐਵੇਂ ਨਹੀਂ ਉਹਦੀ ਸੰਗਤ ਕਰਦੀ। ਕਹਿੰਦਾ ਸਲੀਮਾ ਦੱਸ ਤੈਨੂੰ ਇਹਨਾਂ ਗੱਲਾਂ ਦਾ ਪਤਾ ਕਿੱਥੋਂ ਲੱਗਾ, ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਮਿਸਰ ਦੇ ਵਿੱਚ ਮੇਰੇ ਹੱਥੋਂ ਕਤਲ ਹੋਇਆ ਸੀ। ਉਹ ਕਹਿੰਦੀ ਮੈਂ ਬਾਅਦ ਚ ਦੱਸਾਂਗੀ, ਪਹਿਲਾਂ ਸਾਰੀ ਗੱਲ ਤੂੰ ਦੱਸ ਮੈਨੂੰ ਪਤੀ ਜੀ ਕਿ ਉਹ ਕਤਲ ਹੋਇਆ ਕਿਸ ਤਰ੍ਹਾਂ। ਕਹਿੰਦਾ ਸੱਚਮੁੱਚ ਕਤਲ ਹੋਇਆ ਮੇਰੇ ਤੋਂ। ਮੈਂ ਮਿਸਰ ਦੇ ਵਿੱਚ ਸਾਂ, ਮੈਂ ਆਪਣੇ ਊਠ ਨੂੰ ਕਿਤੇ ਬੰਨਿਆ ਹੋਇਆ ਸੀ, ਚੁਗਣ ਵਾਸਤੇ ਛੱਡਿਆ ਸੀ, ਤੇ ਇਸ ਅੰਗੂਰਾਂ ਦੇ ਬਾੜੇ ਵਿੱਚ ਵੜ ਗਿਆ। ਉਹਨੇ ਜਾ ਕੇ ਕਿਸੇ ਦੇ ਅੰਗੂਰਾਂ ਦੀਆਂ ਵੱਲਾਂ ਨੂੰ ਖਾਧਾ, ਤੇ ਕਹਿੰਦੇ ਉਸ ਅੰਗੂਰਾਂ ਦੇ ਬਾਗ ਦੇ ਮਾਲਕ ਨੂੰ ਗੁੱਸਾ ਆਇਆ, ਚੁੱਕ ਕੇ ਪੱਥਰ ਉਹਨੇ ਮੇਰੇ ਊਠ ਦੇ ਸਿਰ ਵਿੱਚ ਮਾਰਿਆ। ਕਹਿੰਦੇ ਮੇਰੇ ਊਠ ਦੀ ਮੌਤ ਹੋ ਗਈ। ਪਰ ਕਹਿੰਦੇ ਉਸ ਊਠ ਮੇਰਾ ਬੜਾ ਪਿਆਰਾ ਸੀ, ਜਦੋਂ ਮੇਰੇ ਊਠ ਦੀ ਮੌਤ ਹੋ ਗਈ ਕਹਿੰਦੇ ਮੈਨੂੰ ਗੁੱਸਾ ਆਇਆ, ਮੈਂ ਆਪਣੇ ਵੱਲੋਂ ਇੱਕ ਪੱਥਰ ਚੁੱਕ ਕੇ ਉਸ ਬਾਗ ਦੇ ਮਾਲੀ ਦੇ ਸਿਰ ਵਿੱਚ ਮਾਰਿਆ। ਕਹਿੰਦੇ ਉਹ ਬਜ਼ੁਰਗ ਬਾਗ ਵਾਲਾ ਜਿਹੜਾ ਸੀ ਉਹਦੀ ਮੌਤ ਹੋ ਗਈ। ਫਿਰ ਹੋਇਆ ਕੀ, ਕਹਿੰਦੇ ਮਿਸਰ ਦੇ ਵਿੱਚ ਮੈਨੂੰ ਫੜ ਲਿਆ ਗਿਆ, ਸ਼ਰਅ ਦੀ ਅਦਾਲਤ ਦੇ ਵਿੱਚ ਮੈਨੂੰ ਪੇਸ਼ ਕੀਤਾ ਗਿਆ। ਕਹਿੰਦੇ ਉੱਥੇ ਸਜ਼ਾ ਹੋਈ, ਕਾਜੀ ਨੇ ਕਿਹਾ ਮੌਤ ਦਾ ਬਦਲਾ ਮੌਤ, ਇਹਦੀ ਮੌਤ ਹੋਏਗੀ, ਇਹਨੂੰ ਕਤਲ ਕੀਤਾ ਜਾਵੇ ਕਿਉਂਕਿ ਇਹਨੇ ਇੱਕ ਬੰਦੇ ਦੀ ਮੌਤ ਕੀਤੀ ਹੈ। ਕਹਿੰਦੇ ਮੈਨੂੰ ਮੌਤ ਦੀ ਸਜ਼ਾ ਹੋ ਗਈ। ਮੈਂ ਸੋਚਾਂ ਵਿੱਚ ਪੈ ਗਿਆ। ਜਦੋਂ ਮੈਨੂੰ ਮੌਤ ਦੀ ਸਜ਼ਾ ਹੋਈ ਉਹਨਾਂ ਨੇ ਇੱਕ ਆਪਸ਼ਨ ਹੋਰ ਦਿੱਤਾ, ਕਹਿੰਦੇ ਇੱਕ ਆਪਸ਼ਨ ਹੋਰ ਹੈ ਜਾਂ ਤੇ ਮੌਤ ਦਾ ਬਦਲਾ ਮੌਤ, ਪਰ ਜਿਸ ਬੰਦੇ ਨੂੰ ਤੁਸੀਂ ਮਾਰਿਆ ਜੇਕਰ ਇਹਦਾ ਪਰਿਵਾਰ ਮੰਨ ਜਾਏ ਤੇ ਇੰਨੀਆਂ ਮੋਹਰਾਂ ਦੇ ਕੇ ਤੁਹਾਡੀ ਜਾਨ ਨੂੰ ਬਖਸ਼ਿਆ ਜਾ ਸਕਦਾ ਹੈ। ਕਹਿੰਦੇ ਉਹ ਆਪਸ਼ਨ ਮੈਨੂੰ ਚੰਗਾ ਲੱਗਾ। ਪਰਿਵਾਰ ਨਾਲ ਗੱਲ ਕੀਤੀ, ਉਹਨਾਂ ਕਿਹਾ ਠੀਕ ਹੈ ਇੰਨੀਆਂ ਮੋਹਰਾਂ ਦੇ ਦਿਓ, ਪਰ ਮੈਂ ਕਿਹਾ ਕਹਿੰਦੇ ਮੇਰੇ ਕੋਲ ਪੈਸਾ ਹੈ, ਮੈਂ ਇੱਕ ਵਪਾਰੀ ਹਾਂ, ਮੇਰੇ ਕੋਲ ਮੋਹਰਾਂ ਵੀ ਹੈ, ਮੈਂ ਦੇ ਸਕਦਾ ਮੇਰੀ ਜਾਨ ਨੂੰ ਬਖਸ਼ ਦਿੱਤਾ ਜਾਵੇ, ਪਰ ਸੱਚ ਇਹ ਹੈ ਮੈਂ ਮਿਸਰ ਵਿੱਚ ਹਾਂ, ਪਰ ਮੇਰੀਆਂ ਮੋਹਰਾਂ ਤੇ ਮੇਰੇ ਘਰ ਵਿੱਚ ਨੇ। ਕਹਿੰਦੇ ਅਦਾਲਤ ਦੇ ਵਿੱਚ ਫੈਸਲਾ ਹੋਇਆ, ਸ਼ਰਅ ਦੀ ਅਦਾਲਤ ਦੇ ਵਿੱਚ ਤੁਸੀਂ ਆਪਣੇ ਘਰੋਂ ਮੋਹਰਾਂ ਲਿਆ ਕੇ ਦੇ ਸਕਦੇ ਹੋ, ਪਰ ਉਨੀ ਦੇਰ ਵਾਸਤੇ ਤੁਹਾਨੂੰ ਆਪਣਾ ਜਾਵਨ ਦੇਣਾ ਪਏਗਾ। ਇੱਥੇ ਤੁਹਾਡਾ ਕੀ ਪਤਾ ਜਾ ਕੇ ਆਓ ਕਿ ਨਾ ਆਓ। ਪਰ ਕਹਿੰਦੇ ਮੈਂ ਪ੍ਰਦੇਸ਼ ਵਿੱਚ, ਜਾਜਾ ਗੁਲਾਮ ਕਹਿੰਦਾ ਮੈਂ ਪ੍ਰਦੇਸ਼ ਵਿੱਚ, ਮੇਰਾ ਜਾਵਨ ਬਣਨ ਵਾਸਤੇ ਕੋਈ ਨਹੀਂ। ਕਹਿੰਦੇ ਮੈਂ ਇੱਧਰ ਉੱਧਰ ਦੇਖਦਾ ਰਿਹਾ, ਭਟਕਦਾ ਰਿਹਾ ਸਾਰਾ ਦਿਨ, ਕੋਈ ਮੈਨੂੰ ਆ ਕੇ ਮੇਰੇ ਥਾਂ ਤੇ ਜਾਵਨ ਬਣ ਜਾਏ। ਕਹਿੰਦੇ ਇੱਕ ਇਨਸਾਨ ਵੇਖਿਆ ਅੱਧ ਖੜ ਉਮਰ ਦੇ ਵਿੱਚ, ਮੋਢੇ ਤੇ ਪਰਨਾ ਸੀ, ਉਹ ਆ ਕੇ ਕਹਿੰਦਾ ਭਾਈ ਤੂੰ ਕਿਉਂ ਪਰੇਸ਼ਾਨ ਹੈ, ਤੇਰੇ ਥਾਂ ਤੇ ਮੈਂ ਗਵਾਹ ਬਣਦਾ ਹਾਂ, ਤੇਰਾ ਜਾਵਨ ਮੈਂ ਬਣਦਾ, ਜਾ ਤੂੰ ਆਪਣੇ ਘਰੋਂ ਮੋਹਰਾਂ ਲੈ ਕੇ ਆ। ਕਹਿੰਦੇ ਮੈਂ ਉਸ ਜਾਵਨ ਨੂੰ ਦੇਖ ਕੇ ਆਪਣੇ ਘਰ ਮੋਹਰਾਂ ਲੈਣ ਵਾਸਤੇ ਆਇਆ, ਮੋਹਰਾਂ ਤੈਨੂੰ ਦੱਸੇ ਤੋਂ ਬਗੈਰ ਮੈਂ ਲੈ ਗਿਆ। ਪਰ ਜਿਸ ਦਿਨ ਮੈਂ ਉੱਥੇ ਪਹੁੰਚਿਆ ਮਿਸਰ ਵਿੱਚ, ਉਸ ਦਿਨ ਆਖਰੀ ਤਰੀਕ ਸੀ, ਤੇ ਕਹਿੰਦੇ ਸ਼ਰਅ ਦੀ ਕਚਹਿਰੀ ਲੱਗੀ ਹੋਈ ਸੀ, ਉਹਦੇ ਵਿੱਚ ਉਹ ਮੇਰਾ ਜਾਵਨ ਖੜਾ ਸੀ, ਮੇਰੇ ਜਾਵਨ ਨੂੰ ਇਹ ਕਿਹਾ ਜਾ ਰਿਹਾ ਸੀ ਅੱਜ ਆਖਰੀ ਤਰੀਕ ਹੈ, ਜੇ ਤੇਰਾ ਉਹ ਬੰਦਾ ਜਿਹੜਾ ਮੋਹਰਾਂ ਲੈਣ ਵਾਸਤੇ ਗਿਆ ਵਾਪਸ ਨਾ ਆਇਆ ਤੇ ਉਹਦੀ ਸਜ਼ਾ ਤੁਹਾਨੂੰ ਮਿਲੇਗੀ, ਉਹਦੇ ਥਾਂ ਤੇ ਤੁਹਾਨੂੰ ਕਤਲ ਕੀਤਾ ਜਾਏਗਾ। ਕਹਿੰਦੇ ਇੰਨੀ ਦੇਰ ਨੂੰ ਮੈਂ ਪਹੁੰਚ ਗਿਆ ਸ਼ਰਅ ਦੀ ਅਦਾਲਤ ਵਿੱਚ। ਜਿਹੜਾ ਮੇਰੇ ਥਾਂ ਤੇ ਜਾਵਨ ਖੜਾ ਸੀ ਉਹ ਇੱਕ ਗੱਲ ਬੜੇ ਮਾਣ ਨਾਲ ਕਹਿੰਦਾ ਸੀ, ਕਹਿੰਦਾ ਜਿਹਦੀ ਜਾਵਣੀ ਮੈਂ ਦੇ ਦੇਵਾਂ ਨਾ ਉਹ ਸੱਚਮੁੱਚ ਵਾਪਸ ਆਉਂਦਾ, ਉਹ ਬੇਈਮਾਨੀ ਨਹੀਂ ਕਰਦਾ, ਉਹ ਵਾਪਸ ਆਏਗਾ। ਕਹਿੰਦੀ ਇੰਨੀ ਦੇਰ ਨੂੰ ਜਾ ਕੇ ਮੈਂ ਪਹੁੰਚ ਗਿਆ। ਮੈਂ ਕਿਹਾ ਜੀ ਮੈਂ ਹਾਜ਼ਰ ਹਾਂ, ਮੋਹਰਾਂ ਲੈ ਕੇ ਆਇਆ। ਕਹਿੰਦੇ ਜਦੋਂ ਮੈਂ ਮੋਹਰਾਂ ਲੈ ਕੇ ਪਹੁੰਚ ਗਿਆ, ਜਾਵਨ ਜਿਹੜਾ ਸੀ ਉਹਨੂੰ ਛੱਡ ਦਿੱਤਾ ਗਿਆ। ਹੁਣ ਅਦਾਲਤ ਦੇ ਵਿੱਚ ਮੋਹਰਾਂ ਜਾਵਨ ਦਿੱਤੀਆਂ ਗਈਆਂ, ਮੋਹਰਾਂ ਦੀ ਗਿਣਤੀ ਹੋਈ, ਉੱਥੇ ਕੁਝ ਲਿਖਾ ਪੜੀ ਹੋਈ ਕਿ ਤੁਮ ਕੇਸ ਨੂੰ ਖਤਮ ਕਰਨਾ ਸੀ। ਕਹਿੰਦੇ ਇਹਨੇ ਨੂੰ ਜਾਵਨ ਬਾਹਰ ਚਲਿਆ ਗਿਆ। ਲਿਖਾ ਪੜੀ ਕਰਨ ਤੋਂ ਬਾਅਦ ਕਹਿੰਦੇ ਮੇਰਾ ਕੇਸ ਬਰੀ ਹੋਇਆ। ਮੈਂ ਬਾਹਰ ਆ ਕੇ ਸੋਚਿਆ ਉਸ ਜਾਵਨ ਦਾ ਇੱਕ ਵਾਰ ਮੈਂ ਧੰਨਵਾਦ ਤੇ ਕਰ ਦੇਵਾਂ, ਜਿਨੇ ਮੈਨੂੰ ਜਾਣਦਾ ਵੀ ਨਹੀਂ, ਮੈਨੂੰ ਪਹਿਚਾਣਦਾ ਨਹੀਂ, ਮੇਰੇ ਵਾਸਤੇ ਜਾਵਣੀ ਦਿੱਤੀ, ਮੇਰੇ ਵਾਸਤੇ ਉਹ ਖੁਦ ਕੈਦ ਰਿਹਾ। ਕਹਿੰਦੇ ਪਰ ਮੈਂ ਉੱਥੇ ਦੇ ਲੋਕਾਂ ਨੂੰ ਪੁੱਛਿਆ ਕੌਣ ਸੀ ਉਹ ਅੱਧ ਖੜ ਉਮਰ ਦਾ ਇਨਸਾਨ ਜਿਹਨੇ ਮੇਰੇ ਥਾਂ ਤੇ ਜਾਵਣੀ ਦਿੱਤੀ, ਮੈਂ ਉਹਦਾ ਸ਼ੁਕਰਾਨਾ ਕਰਨਾ ਚਾਹੁੰਦਾ।
ਕਹਿੰਦੇ ਲੋਕਾਂ ਨੇ ਆਖਿਆ ਅਸੀਂ ਨਹੀਂ ਜਾਣਦੇ, ਸਾਨੂੰ ਤੇ ਇੰਨਾ ਪਤਾ ਤੇਰੇ ਨਾਲ ਆਇਆ ਸੀ, ਸਾਡੇ ਇਸ ਇਲਾਕੇ ਦਾ ਨਹੀਂ ਤੇ ਤੇਰੇ ਨਾਲ ਹੀ ਚਲਿਆ ਗਿਆ। ਬੀਬੀ ਸਲੀਮਾ ਨੂੰ ਜਦੋਂ ਸਾਰੀ ਗੱਲ ਸਮਝਾਈ ਤੇ ਬੀਬੀ ਸਲੀਮਾ ਕਹਿੰਦੀ ਹੈ ਤੁਸੀਂ ਮੈਨੂੰ ਕਹਿੰਦੇ ਹਿੰਦੀ ਪੀਰ ਦੀ ਸੰਗਤ ਨਹੀਂ ਕਰਨੀ, ਪਤੀ ਜੀ ਮੈਂ ਚਾਹੁੰਦੀ ਅੱਜ ਤੁਸੀਂ ਮੇਰੇ ਨਾਲ ਚੱਲੋ। ਅੱਧੀ ਰਾਤ ਤੋਂ ਬਾਅਦ ਆਪਣੇ ਪਤੀ ਨੂੰ ਨਾਲ ਲੈ ਕੇ, ਜਾਜਾ ਗੁਲਾਮ ਨੂੰ ਨਾਲ ਲੈ ਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚ ਪਹੁੰਚੇ, ਗੁਰੂ ਨਾਨਕ ਸਾਹਿਬ ਜੀ ਉਸ ਨਿਰੰਕਾਰ ਦੀ ਬਾਣੀ ਦਾ ਕੀਰਤਨ ਕਰ ਰਹੇ ਸਨ। ਚੌਂਕੜਾ ਮਾਰ ਕੇ ਸਮਾਧੀ ਲਗਾ ਕੇ ਜਾਜਾ ਗੁਲਾਮ ਨਾਲ ਪਹੁੰਚਿਆ, ਚੌਂਕੜਾ ਮਾਰ ਕੇ ਬੈਠ ਗਏ, ਇਹਨੇ ਵੀ ਸੰਗਤ ਕੀਤੀ। ਉੱਥੋਂ ਦਾ ਫਿਰ ਲਿਖਾਰੀ ਲਿਖਦਾ, ਕਹਿੰਦਾ ਜਦੋਂ ਇਹਨੇ ਗੁਰੂ ਨਾਨਕ ਸਾਹਿਬ ਜੀ ਨੇ ਭੋਗ ਪਾਇਆ, ਗੁਰਬਾਣੀ ਦੇ ਕੀਰਤਨ ਦਾ ਭੋਗ ਪਿਆ, ਪ੍ਰਭਾਤ ਹੋ ਚੁੱਕੀ ਸੀ, ਦਿਨ ਚੜ ਗਿਆ ਸੀ, ਲੋ ਲੱਗ ਗਈ ਸੀ। ਕਹਿੰਦੇ ਜਦੋਂ ਭੋਗ ਪਾਇਆ ਨਾ ਤੇ ਉਹ ਜਿਹੜਾ ਜਾਜਾ ਗੁਲਾਮ ਉਹ ਆਪਣੀ ਪਤੀ ਨੂੰ ਕਹਿੰਦਾ ਸਲੀਮਾ ਜਿਹੜੀ ਤੈਨੂੰ ਮੈਂ ਗੱਲਬਾਤ ਸੁਣਾਈ ਆ ਨਾ ਕਿ ਮੇਰੇ ਥਾਂ ਤੇ ਇੱਕ ਅਣਪਛਾਤਾ ਆਦਮੀ ਜਿਹਨੂੰ ਮੈਂ ਜਾਣਦਾ ਨਹੀਂ ਸਾਂ ਉਹ ਮੇਰੀ ਗਵਾਹੀ ਦੇ ਕੇ ਉਹ ਮੇਰਾ ਜਾਮਣ ਬਣਿਆ ਸੀ, ਕਹਿੰਦਾ ਆਹੀ ਜਾਮਣ ਬੈਠਾ, ਆਹੀ ਮੇਰਾ ਜਾਮਣ ਹੈ ਜਿਹੜਾ ਮੇਰੇ ਥਾਂ ਤੇ ਇਸ ਸ਼ਰ੍ਹਾ ਦੀ ਅਦਾਲਤ ਦੇ ਵਿੱਚ ਪੇਸ਼ ਹੋ ਕੇ ਉਹਨੇ ਮੈਨੂੰ ਛੁਡਾਇਆ ਸੀ, ਕਹਿੰਦੇ ਆਹੀ ਉਹੀ ਜਾਮਣ ਹੈ। ਗੁਰੂ ਨਾਨਕ ਸਾਹਿਬ ਜੀ ਹਰ ਥਾਂ ਤੇ ਸਾਡੀ ਸਹਾਇਤਾ ਕਰਦੇ ਨੇ, ਪਰ ਜਿਨ੍ਹਾਂ ਦਾ ਵਿਸ਼ਵਾਸ ਬਣ ਗਿਆ, ਜਿਨ੍ਹਾਂ ਨੇ ਸੰਗਤ ਕੀਤੀ, ਇਹ ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਹੀ ਵੱਡਾ ਇਤਿਹਾਸ ਹੈ। ਕਿੰਨੇ ਕੁ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆ ਦੇ ਲੋਕਾਂ ਨੂੰ ਤਾਰਿਆ, ਅਸੀਂ ਗਿਣਤੀ ਨਹੀਂ ਕਰ ਸਕਦੇ। ਇੱਕ ਲਿਖਾਰੀ ਕਹਿੰਦਾ ਆਸਮਾਨ ਦੇ ਤਾਰੇ ਬਹੁਤ ਨੇ, ਗਿਣਤੀ ਤੋਂ ਬਾਹਰ ਨੇ, ਗਿਣੇ ਜਾ ਨਹੀਂ ਸਕਦੇ। ਪਰ ਕਹਿੰਦੇ ਆਸਮਾਨ ਦੇ ਤਾਰੇ ਗਿਣਤੀ ਤੋਂ ਬਾਹਰ ਨੇ, ਗਿਣੇ ਤੇ ਜਾ ਨਹੀਂ ਸਕਦੇ, ਪਰ ਗੁਰੂ ਨਾਨਕ ਦੇਵ ਜੀ ਨੇ ਕਿੰਨਿਆਂ ਕੁ ਨੂੰ ਤਾਰਿਆ, ਕਿੰਨਿਆਂ ਦਾ ਪਾਰ ਉਤਾਰਾ ਕੀਤਾ, ਕਹਿੰਦੇ ਉਹਨਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ। ਕਹਿੰਦੇ ਤਾਰੇ ਤੇ ਇੱਕ ਵਾਰ ਇਨਸਾਨ ਗਿਣ ਲੱਗੇ ਤੇ ਆਸਮਾਨ ਦੇ ਹੋ ਸਕਦਾ ਗਿਣ ਲਏ, ਪਰ ਗੁਰੂ ਨਾਨਕ ਦੇਵ ਜੀ ਨੇ ਕਿੰਨਿਆਂ ਨੂੰ ਤਾਰਿਆ, ਗਿਣਤੀ ਕਰਨੀ ਬੜੀ ਮੁਸ਼ਕਲ ਹੈ। ਉਹ ਕਹਿੰਦਾ ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ ਹੈ। ਉਹ ਕਹਿੰਦਾ ਆਸਮਾਨ ਦੇ ਤਾਰੇ ਤੇ ਗਿਣੇ ਜਾ ਸਕਦੇ ਨੇ, ਪਰ ਗੁਰੂ ਨਾਨਕ ਦੇਵ ਜੀ ਨੇ ਕਿੰਨਿਆਂ ਨੂੰ ਤਾਰਿਆ, ਕਹਿੰਦਾ ਗਿਣਨਾ ਬਹੁਤ ਮੁਸ਼ਕਲ ਹੈ। ਸੋ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਦੇ ਵਿੱਚੋਂ ਸਾਨੂੰ ਬੜੀ ਕੁਝ ਸੂਝ ਮਿਲਦੀ ਹੈ। ਗੁਰੂ ਨਾਨਕ ਸਾਹਿਬ ਜੀ ਬੜਾ ਵੱਡਾ ਸਾਨੂੰ ਗਿਆਨ ਦਿੰਦੇ ਨੇ, ਕਿੰਨੇ ਕੁ ਲੋਕਾਂ ਨੂੰ ਉਹਨਾਂ ਨੇ ਤਾਰਿਆ। ਅੱਜ ਵੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਜਿਨ੍ਹਾਂ ਸੁਣ ਕੇ ਹਿਰਦੇ ਵਿੱਚ ਵਸਾ ਲਿਆ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਸੋ ਆਪਣੇ ਵੱਲੋਂ ਉਦਮ ਕਰੀਏ, ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਰਸਤੇ ਤੇ ਚੱਲ ਕੇ ਵਹਿਮਾਂ ਭਰਮਾਂ ਦੇ ਵਿੱਚੋਂ ਉੱਤੇ ਉੱਠ ਕੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤੇ ਪੂਰਨ ਵਿਸ਼ਵਾਸ ਕਰਕੇ ਜੋ ਗੁਰਦੱਸੇ ਵਾਟ ਮੁਰੀਦਾ ਜੋਲੀਏ ਜੀ ਦੇ ਹੁਕਮ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰੀਏ, ਤਾਂ ਕਿ ਕਿਤੇ ਸਾਡਾ ਵੀ ਪਾਰ ਉਤਾਰਾ ਹੋ ਸਕੇ। ਸਮੇਂ ਦੀ ਸਮਾਪਤੀ, ਬੇਅੰਤ ਭੁੱਲਾਂ ਦੀ ਖਿਮਾ, ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।